ਸਿਰਫ ਮੁੜ ਦੇਖਣ ਲਈ। ਵੇਵ ਫੰਕਸ਼ਨ ਕੀ ਹੈ? ਜੋ ਤੁਸੀਂ ਪਹਿਲਾਂ ਹੀ ਦੇਖ ਚੁੱਕੇ ਹੋ, ਮੈਂ ਇਸ ਨੂੰ ਇੱਥੇ ਪਲੋਟ ਕਰ ਦਿੱਤਾ ਹੈ। ਮੋਡ ਆਫ ਕੰਪਲੈਕਸਿਟੀ। ਵੇਵ ਫੰਕਸ਼ਨ ਇਸ ਦਾ ਮੋਡ ਸਕੁਏਅਰ ਹੋ ਕੇ ਪੋਜ਼ਿਟਿਵ ਹੋ ਜਾਵੇਗਾ। ਅਤੇ ਇੱਥੇ ਇੱਕ ਪਲੋਟ ਹੈ। x ਦੇ ਫੰਕਸ਼ਨ ਬਤੌਰ ਅਤੇ ਪਲੋਟ ਵੱਲ ਦੇਖਦਿਆਂ ਹੋਇਆਂ ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਅਤੇ ਇਸ ਨੂੰ ਪਰਿਭਾਸ਼ਿਤ ਕਰ ਸਕਦੇ ਹੋ। ਇੱਕ ਪਾਰਟੀਕਲ ਨੂੰ ਲੱਭਣ ਦੀ ਪ੍ਰੋਬੇਬਿਲਿਟੀ x ਅਤੇ x ਦੇ ਦਰਮਿਆਨ ਪਲਸ dx ਇੱਕ ਖਾਸ ਟਾਈਮ t ਉੱਤੇ axt ਦੇ ਸਾਈ ਦਾ ਮੋਡ ਸਕੁਏਅਰ dx ਮੋਡ ਹੋਵੇਗਾ। ਇਹ ਕੁਝ ਨਹੀਂ ਹੈ ਪਰ ਇੱਕ ਅਜਿਹਾ ਖੇਤਰ ਹੈ ਜੋ ਇੱਥੇ ਦਿਖ ਰਿਹਾ ਹੈ। ਇੱਥੇ ਇੱਕ ਪੈਨਸਲ ਨਾਲ ਭਰ ਕੇ ਖੇਤਰ ਬਣਾਓ ਅਤੇ ਇਹ ਤੁਹਾਨੂੰ x ਅਤੇ x ਪਲਸ dx ਦਰਮਿਆਨ ਪਾਰਟੀਕਲ ਦੀ ਪ੍ਰੋਬੇਬਿਲਿਟੀ ਦੱਸੇਗਾ। ਜੇ ਤੁਸੀਂ x1 ਅਤੇ x2 ਦਰਮਿਆਨ ਪਾਰਟੀਕਲ ਲੱਭਣ ਦੀ ਪ੍ਰੋਬੇਬਿਲਿਟੀ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੰਜ ਕਰਨਾ ਪਵੇਗਾ ਕਿ ਤੁਹਾਨੂੰ x1 ਅਤੇ x2 ਦਰਮਿਆਨ ਇੰਟੀਗਰੇਟ ਕਰਨਾ ਪਵੇਗਾ। ਇਹ ਤੁਹਾਨੂੰ ਪੈਨਸਲ ਨਾਲ ਭਰਿਆ ਖੇਤਰ ਇਸ ਕਰਵ ਹੇਠਾਂ ਲੈ ਆਵੇਗਾ। ਖੇਤਰ ਵਿੱਚ ਲੱਭਣ ਦੀ ਪ੍ਰੋਬੇਬਿਲਿਟੀ x1 ਅਤੇ x2 ਇਹ ਹੋ ਜਾਵੇਗੀ ਮੋਡ ਸਾਈ ਸਕੁਏਅਰ x1 ਅਤੇ x2 ਦਰਮਿਆਨ ਇੰਟੀਗਰੇਟਿਡ ਹੈ। ਇਹ ਹੀ ਇਸ ਕਰਵ ਦੇ ਹੇਠਾਂ ਆਉਣ ਵਾਲਾ ਕੁੱਲ ਪੈਨਸਲ ਨਾਲ ਭਰਿਆ ਖੇਤਰ ਹੈ। ਤਾਂ ਇੱਕ ਤਾਂ ਹੈ ਕਿ ਇੱਕੋ ਤਰ੍ਹਾਂ ਦਾ ਪਿਕਟੋਰੀਅਲ ਵਿਊ ਮਿਲਣਾ ਕੋਈ ਮਕੈਨੀਕਲ ਇੰਟੀਗਰੇਸ਼ਨ ਡਿਫਰੈਂਸ਼ੀਏਸ਼ਨ ਕੀਤੇ ਬਿਨਾਂ। ਪਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਦੋਵੇਂ ਹਿਸਾਬ ਵਾਲਾ ਹਿੱਸਾ ਅਤੇ ਗ੍ਰਾਫਿਕਲ ਹਿੱਸਾ ਅਤੇ ਪ੍ਰਯੋਗ ਦਾ ਡਾਟਾ। ਇਹ ਸਾਰੀਆਂ ਚੀਜ਼ਾਂ ਤੁਹਾਡੇ ਦਿਮਾਗ ਵਿੱਚ ਰਹਿਣੀਆਂ ਚਾਹੀਦੀਆਂ ਹਨ। ਤਾਂ ਹੀ ਤੁਸੀਂ ਕੁਆਂਟਮ ਮਕੈਨਿਕਸ ਸਿੱਖ ਸਕਦੇ ਹੋ। ਇਹ ਵੀ ਤੁਹਾਡੇ ਕੋਲ ਇੱਕ ਤਰ੍ਹਾਂ ਨਾਲ ਥੋਪਿਆ ਹੀ ਗਿਆ ਹੈ। ਜਦੋਂ ਤੁਸੀਂ ਸਾਰਾ ਪੋਟੈਂਸ਼ੀਅਲ ਸਟੈਪ ਫੰਕਸ਼ਨ ਕਰ ਦਿੰਦੇ ਸੀ, ਵੈਲ ਬੈਰੀਅਰ ਕੋਈ ਖੇਤਰ ਨਹੀਂ ਵਿੱਚ ਤੁਸੀਂ ਆਪਣੇ ਵੇਵ ਫੰਕਸ਼ਨ ਨੂੰ ਉਕਸਾਉਣਾ ਚਾਹੁੰਦੇ ਹੋ। ਕੀ ਤੁਸੀਂ ਕਿਤੇ ਵੀ ਵੇਵ ਫੰਕਸ਼ਨ ਨੂੰ ਉਕਸਾਉਣ ਦੀ ਇਜਾਜ਼ਤ ਦਿੱਤੀ ਸੀ? ਜੇਕਰ ਤੁਹਾਡੇ ਕੋਲ ਤੇਜ਼ੀ ਨਾਲ ਵਧ ਰਿਹਾ ਫੰਕਸ਼ਨ ਸੀ, ਜੇ ਖੇਤਰ ਇਨਫਿਨਿਟੀ ਪਲਸ ਇਨਫਿਨਿਟੀ ਵਧ ਰਿਹਾ ਸੀ, ਤਾਂ ਤੁਸੀਂ ਉਸ ਕੋਐਫੀਸ਼ੀਐਂਟ ਨੂੰ 0 ਭਰਨਾ ਸੀ। ਤੁਸੀਂ ਇਹ ਪੁਖਤਾ ਕਰਨਾ ਹੈ ਕਿ ਪ੍ਰੋਬੇਬਿਲਿਟੀ ਹਮੇਸ਼ਾ ਇੱਕ ਫਾਈਨਾਈਟ ਮਾਤਰਾ 'ਚ ਹੋਵੇ, ਇਹ ਇਨਫਾਈਨਾਈਟ ਨਾ ਹੋਵੇ। ਤਾਂ p ਜੋ ਅਸੀਂ ਲੱਭੀ ਹੈ x ਲਈ, ਜੋ x1 ਅਤੇ x2 ਦਰਮਿਆਨ ਹੈ, ਇਹ x1 ਅਤੇ x2 ਦੇ ਇੰਟੀਗਰਲ ਮੋਡ ਸਾਈ ਸਕੁਏਅਰ dx ਹੋਵੇਗਾ। ਅਤੇ ਇਹ ਫਾਈਨਾਈਟ ਹੋਣਾ ਚਾਹੀਦਾ ਹੈ। ਮੋਡ ਸਕੁਏਅਰ। ਅਸੀਂ ਇੱਕ ਬਾਕਸ ਨਾਰਮਲਸਾਈਜ਼ੇਸ਼ਨ ਕਰਾਂਗੇ। ਤਾਂ ਸਵਾਲ ਹੈ ਕਿ ਜੇਕਰ ਮੰਨ ਲਓ ਤੁਹਾਡੇ ਕੋਲ ਵੇਵ ਫੰਕਸ਼ਨ ਹੈ ਜੋ ਕਿ e ਤੋਂ i ਕੇ x ਹੈ। ਦਾਅਵਾ ਹੈ ਕਿ ਜਦੋਂ ਮੈਂ ਮੋਡ ਸਾਈ ਸਕੁਏਅਰ ਦੀ ਪ੍ਰੋਬੇਬਿਲਿਟੀ ਕਰਦਾ ਹਾਂ ਤਾਂ ਉਹ 1 ਹੁੰਦੀ ਹੈ ਅਤੇ ਮੋਡ ਸਾਈ ਸਕੁਏਅਰ dx ਦਾ ਇੰਟੀਗਰਲ ਹੁੰਦੀ ਹੈ। ਜੇ ਤੁਸੀਂ -ਇਨਫਿਨਿਟੀ ਤੋਂ ਪਲਸ ਇਨਫਿਨਿਟੀ ਵੱਲ ਜਾਂਦੇ ਹੋ ਤਾਂ ਇਹ ਇਨਫਿਨਿਟੀ ਹੁੰਦਾ ਹੈ, ਕਿਉਂਕਿ ਇੱਕ ਮੋਡ ਸਾਈ ਸਕੁਏਅਰ 1 ਹੈ। ਪਰ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਇਸ ਨੂੰ -l ਤੋਂ ਪਲਸ l ਤੱਕ ਭਰਨਾ ਹੈ, ਜਾਂ ਕੁਝ ਜੋ ਇਸ ਨੂੰ 2l ਬਣਾ ਦੇਵੇ। ਅਸੀਂ ਇਸ ਨੂੰ 2l ਵਜੋਂ ਰੱਖਾਂਗੇ ਅਤੇ ਆਪਣਾ ਸਾਰਾ ਕੰਮ ਨਿਰੀਖਣਯੋਗ ਗਣਨਾ ਨਾਲ ਕਰੋ। ਅਤੇ ਫਿਰ ਇਹ l ਰੱਦ ਹੋ ਜਾਵੇਗਾ। ਭਾਵੇਂ ਇਹ ਇੰਜ ਨਹੀਂ ਹੈ। ਇਸ ਐਕਸਪ੍ਰੈਸ਼ਨ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਇਨਫਿਨਿਟੀ ਹੈ। ਤੁਸੀਂ ਇਸ ਨੂੰ ਓਸੀਲੇਟਰੀ ਫੰਕਸ਼ਨ ਦੇ ਲਈ ਇਸ ਤਰੀਕੇ ਨਾਲ ਨਿਯੰਤਰਿਤ ਕਰ ਸਕਦੇ ਹੋ। ਇਹਨਾਂ ਨੂੰ ਓਸੀਲੇਟਰੀ ਫੰਕਸ਼ਨਸ ਕਿਹਾ ਜਾਂਦਾ ਹੈ। ਅਤੇ ਤੁਸੀਂ ਇਹ l ਰੱਖਣੀ ਹੈ ਅਤੇ ਬਾਅਦ ਵਿੱਚ ਤੁਸੀਂ ਇਸ l ਨੂੰ ਇਨਫਿਨਿਟੀ ਵਿੱਚ ਪਾਉਣਾ ਹੈ। ਤੁਹਾਡੀ ਸਾਰੀ ਗਣਨਾ ਫਾਈਨਾਈਟ ਹੋ ਜਾਵੇਗੀ। ਇਹ ਇੱਕ ਖਾਸ ਜ਼ਰੂਰਤ ਹੈ ਜਿਸ ਨੂੰ ਸਕੁਏਅਰ ਇੰਟੀਗਰੇਟਡ ਕੰਡੀਸ਼ਨ ਕਿਹਾ ਜਾਂਦਾ ਹੈ। ਅਤੇ ਸਕੁਏਅਰ ਇੰਟੀਗਰੇਬਲ ਫੰਕਸ਼ਨ ਰਸਮੀ ਪਰਿਭਾਸ਼ਾ ਲਈ ਹੈ ਜੇਕਰ ਤੁਹਾਡੇ ਕੋਲ xt ਦਾ ਸਾਈ ਹੈ। ਤੁਸੀਂ ਇਹ ਯਕੀਨੀ ਰੱਖਣਾ ਹੈ ਕਿ ਇੱਕ ਰੂਟ x ਤੋਂ ਤੇਜ਼ੀ ਨਾਲ 0 ਤੇ ਚਲਾ ਜਾਵੇ।
ਜਿਵੇਂ ਹੀ x ਪਲਸ ਜਾਂ ਮਾਈਨਸ ਪਲਸ ਇਨਫਿਨਿਟੀ ਲਈ ਜਾਂਦੀ ਹੈ। ਮੈਂ ਪੋਜ਼ਿਟਿਵ x ਐਕਸਿਸ ਦੇਖ ਰਹੇ ਹਾਂ, ਮੋਡ x ਪਲਸ ਇਨਫਿਨਿਟੀ ਵੱਲ ਜਾਂਦਾ ਹੈ। ਅਤੇ ਇਸ ਤਰ੍ਹਾਂ ਦੇ ਫੰਕਸ਼ਨ ਲਈ ਤੁਸੀਂ ਇਹਨਾਂ ਨੂੰ ਨੋਰਮਲਾਈਜ਼ ਕਰ ਸਕਦੇ ਹੋ। ਨੋਰਮਲਾਈਜੇਸ਼ਨ ਕੰਡੀਸ਼ਨ ਇਹ ਹੈ ਕਿ ਮੋਡ ਸਾਈ ਸਕੁਏਅਰ dx ਇਸ ਪੂਰੇ ਖੇਤਰ ਵਿੱਚ ਰੇਂਜ ਹਾਲਾਤ ਤੇ ਨਿਰਭਰ ਕਰਦੀ ਹੈ। ਪਰ ਜੇ ਤੁਸੀਂ ਖੇਤਰ ਵੱਲ ਦੇਖ ਰਹੇ ਹੋ, ਉਸ ਖੇਤਰ ਵੱਲ ਜੋ ਮਾਈਨਸ ਇਨਫਿਨਿਟੀ ਤੋਂ ਪਲਸ ਇਨਫਿਨਿਟੀ ਤੱਕ ਜਾਂਦਾ ਹੈ, ਇਸ ਇੰਟੀਗਰਲ ਨੂੰ ਪਲਸ 1 ਦੇ ਬਰਾਬਰ ਹੋਣਾ ਚਾਹੀਦਾ ਹੈ। ਜ਼ਿਆਦਾਤਰ ਟਾਈਮ ਤੁਹਾਡਾ ਵੇਵ ਫੰਕਸ਼ਨ ਆਮ ਨਹੀਂ ਹੁੰਦਾ, ਪਰ ਤੁਸੀਂ ਇਸ ਨੂੰ ਸਾਧਾਰਨ ਕਰ ਸਕਦੇ ਹੋ, ਜਿਵੇਂ ਉਦਾਹਰਨ ਵਜੋਂ ਜੇ ਸਾਈ ਐਕਸਟੀ ਕੋਈ ਹੋਰ ਵੇਵ ਫੰਕਸ਼ਨ ਹੋਵੇ, ਜਿਸ ਦਾ ਹੋਰ ਪੂਰੇ ਖੇਤਰ ਤੇ ਇੰਟੀਗਰਲ ਤੇ ਕੈਪੀਟਲ N ਹੋਵੇ। N ਇੱਕ ਆਮ ਕਾਂਸਟੈਂਟ ਹੈ ਅਤੇ ਇਹ ਫਾਈਨਾਈਟ ਹੋਣਾ ਚਾਹੀਦਾ ਹੈ। ਅਤੇ ਨੋਰਮਲਾਈਜ਼ਡ ਵੇਵ ਫੰਕਸ਼ਨ ਨੂੰ ਤੁਸੀਂ ਕਿਵੇਂ ਲਿਖੋਗੇ? ਤੁਸੀਂ ਇੱਕ ਉੱਤੇ ਸਕੁਏਅਰ ਰੂਟ n ਅਨਨੋਰਮਲਾਈਜ਼ਡ ਵੇਵ ਫੰਕਸ਼ਨ ਤੇ ਪਾਉਣ ਦੀ ਕੋਸ਼ਿਸ਼ ਕਰੋਗੇ। ਅਤੇ ਜੇ ਤੁਸੀਂ ਮੋਡ ਸਾਈ ਸਕੁਏਅਰ ਇੰਟੀਗਰਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਤਾਂ ਵੀ ਇਹ ਨੋਰਮਲਾਈਜ਼ਡ ਹੋ ਜਾਂਦਾ ਹੈ। ਅਤੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਨੋਰਮਲਾਈਜ਼ਡ ਵੇਵ ਫੰਕਸ਼ਨ ਸਿਫਰ ਹੋ ਜਾਵੇ। ਜਿਵੇਂ ਹੀ x ਪਲਸ ਜਾਂ ਮਾਈਨਸ ਇਨਫਿਨਿਟੀ ਵੱਲ ਜਾਂਦਾ ਹੈ। ਇਹ ਸਭ ਸਕੁਏਅਰ ਇੰਟੀਗਰਲ ਫੰਕਸ਼ਨ ਦੀਆਂ ਫਾਰਮਲ ਪਰਿਭਾਸ਼ਾਵਾਂ ਹਨ। ਅਤੇ ਤੁਹਾਡੇ ਲਈ ਕਿ ਤੁਸੀਂ ਇਸ ਨੂੰ ਨੋਰਮਲਾਈਜ਼ਡ ਵੇਵ ਫੰਕਸ਼ਨ ਕਹਿ ਸਕੋ। ਇਹ ਇੱਕ ਐਕਸਰਸਾਈਜ਼ ਹੈ ਜੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਕਰੋ। ਟਾਈਮ ਡਿਪੈਂਡੈਂਟ ਸ਼੍ਰੋਡਿੰਗਰ ਇਕੁਏਸ਼ਨ ਵਰਤੋ ਜੋ ਮੈਂ ਦੱਸ ਚੁੱਕਾ ਹਾਂ। ਸਲਾਈਡਸ ਵੀ ਉੱਥੇ ਹੀ ਹੋਣਗੀਆਂ ਅਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਤੁਹਾਡੇ ਲਈ ਮੂਡਲ ਉੱਤੇ ਪਾ ਦਿੱਤੀਆਂ ਜਾਣ। ਪ੍ਰੋਬੇਬਿਲਿਟੀ ਬਦਲਣ ਦੀ ਦਰ ਸਾਬਿਤ ਕਰੋ। ਇਹ ਕੁੱਲ ਪ੍ਰੋਬੇਬਿਲਿਟੀ ਹੈ। ਤੁਸੀਂ ਦੇਖਿਆ ਹੈ ਕਿ ਕੁੱਲ ਪ੍ਰੋਬੇਬਿਲਿਟੀ ਨੋਰਮਲਾਈਜ਼ਡ ਹੈ, ਇਹ ਕਾਂਸਟੈਂਟ ਹੈ। ਸ਼੍ਰੋਡਿੰਗਰ ਇਕੁਏਸ਼ਨ ਦੀ ਵਰਤੋਂ ਕਰੋ ਅਤੇ ਸਾਬਿਤ ਕਰੋ ਕਿ ਇਹ ਸਿਫਰ ਹੈ। ਇਹ ਸਵਾਲ ਹੈ। ਹੋਰ ਐਕਸਰਸਾਈਜ਼ਸ x ਦੀ ਐਕਸਪੈਕਟੇਸ਼ਨ ਵੈਲਿਊ ਤੋਂ ਸ਼ੁਰੂ ਹੁੰਦੀਆਂ ਹਨ। ਤੁਸੀਂ x ਦੀ ਐਕਸਪੈਕਟੇਸ਼ਨ ਵੈਲਿਊ ਕਿਵੇਂ ਲਿਖੋਗੇ? ਅਸੀਂ x ਦੀ ਐਕਸਪੈਕਟੇਸ਼ਨ ਵੈਲਿਊ ਕਿਵੇਂ ਲਿਖਦੇ ਹਾਂ? ਜੇ ਮੈਂ ਸਾਈ ਨੂੰ ਸਾਧਾਰਨ ਵੇਵ ਫੰਕਸ਼ਨ ਮੰਨਦਾ ਹਾਂ, ਤਾਂ ਅਸੀਂ x ਦੀ ਐਕਸਪੈਕਟੇਸ਼ਨ ਵੈਲਿਊ ਨੂੰ ਇਸ ਤਰ੍ਹਾਂ ਲਿਖਾਂਗੇ। ਯਾਦ ਕਰ ਰਹੇ ਹੋ ਕਿ ਤੁਸੀਂ ਆਪਣੇ ਪਹਿਲੇ ਸਾਲ ਦੇ ਕੋਰਸ ਵਿੱਚ ਕੀ ਸਿੱਖਿਆ? ਤੁਸੀਂ x ਦੀ ਐਕਸਪੈਕਟੇਸ਼ਨ ਵੈਲਿਊ ਤੋਂ ਸ਼ੁਰੂ ਕੀਤਾ। ਉਸ ਐਕਸਪੈਕਟੇਸ਼ਨ ਵੈਲਿਊ ਦੀ d/dt ਸਾਬਿਤ ਕਰੋ। ਅਸੀਂ ਐਲਜਬਰਾ ਕਰਾਂਗੇ ਅਤੇ ਸਾਬਿਤ ਕਰਾਂਗੇ ਕਿ ਮੋਮੈਂਟਮ ਦੀ ਐਕਸਪੈਕਟੇਸ਼ਨ ਵੈਲਿਊ ਹੈ। ਮੋਮੈਂਟਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਮੋਮੈਂਟਮ ਦੀ ਐਕਸਪੈਕਟੇਸ਼ਨ ਵੈਲਿਊ -IH ਕ੍ਰਾਸ dx ਹੈ। ਇਹ ਮੋਮੈਂਟਮ ਦੀ ਐਕਸਪੈਕਟੇਸ਼ਨ ਵੈਲਿਊ ਹੈ। ਇਹ ਇਕੁਏਸ਼ਨ ਤੁਹਾਨੂੰ ਕੀ ਦਰਸਾਉਂਦੀ ਹੈ? ਕਲਾਸੀਕਲ ਮਕੈਨਿਕਸ ਜਦੋਂ ਤੁਸੀਂ ਕਰਦੇ ਹੋ, ਐਕਸਟ੍ਰੀਮ ਸੱਜੇ ਹੱਥ ਦਰਅਸਲ ਵੈਲੋਸਿਟੀ ਹੈ। ਤੁਸੀਂ ਇਸ ਨੂੰ mv ਵਾਂਗ ਲਿਖੋ, ਤਾਂ ਇਹ ਵੈਲੋਸਿਟੀ ਦੀ ਐਕਸਪੈਕਟੇਸ਼ਨ ਵੈਲਿਊ ਹੋਵੇਗੀ। ਕਿਰਪਾ ਕਰਕੇ ਵੈਲੋਸਿਟੀ ਦੀ ਐਕਸਪੈਕਟੇਸ਼ਨ ਬਣਾਓ। ਇਹ ਇੱਕ ਐਕਸਰਸਾਈਜ਼ ਹੈ। ਵੈਲੋਸਿਟੀ ਦੀ ਐਕਸਪੈਕਟੇਸ਼ਨ ਵੈਲਿਊ ਪੋਜੀਸ਼ਨ ਦੀ ਐਕਸਪੈਕਟੇਸ਼ਨ ਵੈਲਿਊ ਦੀ ਬਦਲਣ ਦੀ ਦਰ ਹੈ। ਕਲਾਸੀਕਲ ਮਕੈਨਿਕਸ ਤੁਹਾਡੇ ਕੋਲ ਐਕਸਪੈਕਟੇਸ਼ਨ ਵੈਲਿਊ ਨਹੀਂ ਹੈ, ਪਰ ਤੁਸੀਂ x ਦਾ d/dt ਕਰ ਦਿੱਤਾ ਹੈ ਤਾਂ ਜੋ ਤੁਹਾਨੂੰ ਵੀ ਮਿਲ ਜਾਵੇ।
ਜੇਕਰ ਤੁਸੀਂ ਕਲਾਸੀਕਲ ਲਾ ਨਾਲ ਮੇਲ ਕਰਨਾ ਚਾਹੁੰਦੇ ਹੋ, ਇਹਦੀਆਂ ਐਕਸਪੈਕਟੇਸ਼ਨ ਵੈਲਿਊ ਜੋ ਕਲਾਸੀਕਲ ਲਾ ਨੂੰ ਸੰਤੁਸ਼ਟ ਕਰਨ। ਕੁਆਂਟਮ ਆਈਡੀਆਜ਼। ਮੋਮੈਂਟਮ -IH ਡੈਲ ਤੋਂ ਡੈਲ ਤੱਕ ਹੈ, ਇਹ ਕਲਾਸੀਕਲ ਲਾਜ਼ ਨਾਲ ਮੇਲ ਨਹੀਂ ਖਾਂਦਾ। ਪਰ ਜੇ ਤੁਸੀਂ ਕਲਾਸੀਕਲ ਲਾਜ਼ ਨੂੰ ਸਮਝਣਾ ਚਾਹੁੰਦੇ ਹੋ, ਐਕਸਪੈਕਟੇਸ਼ਨ ਵੈਲਿਊ ਲੱਭੋ ਅਤੇ ਦੇਖੋ ਕਿਹੜੀ ਇਕੁਏਸ਼ਨ ਨੂੰ ਐਕਸਪੈਕਟੇਸ਼ਨ ਵੈਲਿਊ ਸੰਤੁਸ਼ਟ ਕਰਦੀ ਹੈ। ਇਹ ਐਕਸਪਲਿਸਿਟੀ ਜਦੋਂ ਮੈਂ ਕਰਦਾ ਹਾਂ, ਤੁਸੀਂ ਦੇਖੋਗੇ। x ਦੀ ਐਕਸਪੈਕਟੇਸ਼ਨ ਵੈਲਿਊ d/dt। ਐਕਸਪੈਕਟੇਸ਼ਨ ਵੈਲਿਊ p ਦਾ 1/m ਵਾਰ ਹੈ। ਜੋ ਅਸੀਂ ਐਕਸਪੈਕਟ ਕਰਦੇ ਹਾਂ, ਕਲਾਸੀਕਲ ਲਾ ਲਈ, ਜਿੱਥੇ ਅਸੀਂ ਐਕਸਪੈਕਟੇਸ਼ਨ ਵੈਲਿਊ ਨਹੀਂ ਕਰਦੇ। ਐਕਸਰਸਾਈਜ਼ 3 ਬਾਰੇ ਤੁਹਾਨੂੰ ਪਤਾ ਹੈ, ਜੇ ਤੁਸੀਂ ਪੋਟੈਂਸ਼ੀਅਲ એનર્ਜੀ ਦੀ ਹਾਜ਼ਰੀ ਵਿੱਚ ਹੋ, ਫੋਰਸ ਲਾ ਫਿਰ ਮਾਈਨਸ ਗ੍ਰੇਡੀਐਂਟ ਹੋਵੇਗਾ ਜੇ ਤੁਹਾਡੇ ਕੋਲ ਕੰਜ਼ਰਵੇਟਿਵ ਪੋਟੈਂਸ਼ੀਅਲ ਹੈ। ਫੋਰਸ ਮਾਈਨ ਗ੍ਰੇਡੀਐਂਟ ਦੇ ਪ੍ਰੋਪੋਰਸ਼ਨਲ ਕਲਾਸੀਕਲ ਹੋਵੇਗੀ। ਅਸੀਂ ਸਾਰੇ ਜਾਣਦੇ ਹੀ ਹਾਂ, ਪਰ ਹੁਣ ਕੁਆਂਟਮ ਫਿਜ਼ਿਕਸ ਵਿੱਚ ਤੁਹਾਡੀਆਂ ਐਕਸਪੈਕਟੇਸ਼ਨ ਵੈਲਿਊਜ਼ ਨੇ ਇਕੁਏਸ਼ਨ ਨੂੰ ਸੰਤੁਸ਼ਟ ਕਰਨਾ ਹੈ। ਕਿਰਪਾ ਕਰਕੇ ਇਹ ਚੀਜ਼ਾਂ ਦੀ ਪੁਸ਼ਟੀ ਇਹਨਾਂ ਫਾਰਮਲ ਪਰਿਭਾਸ਼ਾਵਾਂ ਨੂੰ ਵਰਤ ਕੇ ਕਰੋ ਕਿ ਕਿਵੇਂ ਕੋਈ ਐਕਸਪੈਕਟੇਸ਼ਨ ਵੈਲਿਊ ਲਿਖ ਸਕਦਾ ਹੈ। ਇੱਕ ਇੰਡੀਕੇਸ਼ਨ ਦਿੱਤਾ ਗਿਆ। ਕਿਰਪਾ ਕਰਕੇ ਇਸ ਦੀ ਪੁਸ਼ਟੀ ਕਰੋ ਅਤੇ ਅਸੀਂ ਇਸ ਬਾਰੇ ਚਰਚਾ ਕਰਦੇ ਹਾਂ ਸੋਮਵਾਰ ਦੇ ਪੜ੍ਹਾਈ ਦੇ ਸੈਸ਼ਨ ਦੌਰਾਨ, ਜੇ ਤੁਸੀਂ ਇਸ ਨੂੰ ਸਾਬਿਤ ਨਾ ਕਰ ਪਾਏ। ਪਰ ਕਿਰਪਾ ਕਰਕੇ ਕਰਨ ਦੀ ਕੋਸ਼ਿਸ਼ ਕਰਨਾ। ਇਹ ਕਲਾਸੀਕਲ ਲਾਜ਼ ਕੁਆਂਟਮ ਫਿਜ਼ਿਕਸ ਦੀ ਐਕਸਪੈਕਟੇਸ਼ਨ ਵੈਲਿਊ ਨਾਲ ਸੰਤੁਸ਼ਟ ਕੀਤੇ ਜਾਣ। ਇਹ ਅਰਨਫੈਸਟ ਥਿਓਰਮ ਦੇ ਟਾਈਟਲ ਦੇ ਹੇਠਾਂ ਆਉਂਦਾ ਹੈ। ਐਕਸਪੈਕਟੇਸ਼ਨ ਵੈਲਿਊਜ਼ ਕਲਾਸੀਕਲ ਲਾਜ਼ ਅਨੁਸਾਰੀ ਹਨ। ਕੁਝ ਚੀਜ਼ਾਂ ਜੋ ਤੁਸੀਂ ਕੀਤੀਆਂ ਹਨ ਆਪਣੇ ਪਿਛਲੇ ਕੋਰਸ ਵਿੱਚ। ਇੱਕ ਤਾਂ ਸੀ ਕਿ ਜਦੋਂ ਸਾਡੇ ਕੋਲ ਡੱਬੇ ਵਿੱਚ ਪਾਰਟੀਕਲ ਸੀ, v ਬਰਾਬਰ ਇਹ ਹੀ ਸੀ ਜੋ ਤੁਸੀਂ ਵਰਤਿਆ। ਅਤੇ ਤੁਸੀਂ ਵੀ ਪੋਟੈਂਸ਼ੀਅਲਜ਼ ਕੀਤੇ ਹਨ। ਜੋ v plus x ਬਰਾਬਰ 0 ਹਨ। ਤਾਂ ਇਹ ਫਾਈਨਾਈਟ ਹਨ। v- ਅਤੇ v plus ਫਾਈਨਾਈਟ ਹਨ। ਜਦੋਂ ਤੁਸੀਂ ਇਹ ਫਾਈਨਾਈਟ ਪੋਟੈਂਸ਼ੀਅਲਜ਼ ਕਰ ਦੇਵੋਗੇ, ਤੁਸੀਂ ਇਹ ਯਕੀਨੀ ਬਣਾਉਂਦੇ ਹੋ ਸਾਈ ਮਾਈਨਸ x ਉੱਤੇ ਆਉਂਦਾ ਖੇਤਰ 0 ਬਰਾਬਰ ਹੈ। ਬਰਾਬਰ ਹੋਣਾ ਚਾਹੀਦਾ ਹੈ ਸਾਈ ਪਲਸ 0 ਦੇ ਬਰਾਬਰ। ਇਸ ਤੋਂ ਬਿਨਾਂ d/d ਸਾਈ ਮਾਫ ਕਰਨਾ d/dx ਸਾਈ ਦਾ ਇਹ ਸਾਈ ਮਾਈਨਸ ਹੈ। x ਬਰਾਬਰ 0 ਇਵੈਲੂਏਟ 0 ਕੀਤਾ ਹੋਇਆ ਬਰਾਬਰ ਹੋਵੇਗਾ ਸਾਈ ਪਲਸ ਦੇ x ਬਰਾਬਰ 0 ਜਿਹਾ ਹੋਵੇਗਾ। ਇਹ ਵੇਵ ਫੰਕਸ਼ਨ ਦੀ ਲਗਾਤਾਰਤਾ ਹੈ। ਇਹ ਅਤੇ ਇਹ ਫਾਈਨਾਈਟ ਪੋਟੈਂਸ਼ੀਅਲ ਲਈ ਵੇਵ ਫੰਕਸ਼ਨ ਦੀ ਡੈਰੀਵੇਟਿਵ ਦੀ ਲਗਾਤਾਰਤਾ ਹੈ। ਪਰ ਜਦੋਂ ਹੀ ਮੈਂ ਪਾਰਟੀਕਲ ਇੱਕ ਬਾਕਸ ਵਿੱਚ ਕੀਤਾ ਜੋ ਮਿਟਾ ਦਿੱਤਾ ਗਿਆ ਸੀ, ਦੂਜਾ ਹਟਾ ਦਿੱਤਾ ਗਿਆ। ਕਿਉਂ? ਤੁਹਾਨੂੰ ਕਾਰਨ ਪਤਾ ਹੀ ਹੈ, ਇਹ ਫਾਈਨਾਈਟ ਟਰਮ ਹੈ। ਮੰਨ ਲਓ ਤੁਸੀਂ ਇਸ ਨੂੰ ਇਨਫਾਈਨਾਈਟ ਬਣਾਉਣਾ ਹੈ। ਫਿਰ ਤੁਸੀਂ ਚਾਹੋਗੇ ਕਿ ਇਹ ਇਸ ਨੂੰ ਦੇਖਣ ਦਾ ਇੱਕ ਨਜ਼ਰੀਆ ਹੈ ਅਤੇ ਅਸੀਂ ਇਸ ਨੂੰ ਹੋਰ ਤਰ੍ਹਾਂ ਦੇ ਪੋਟੈਂਸ਼ੀਅਲਜ਼ ਨਾਲ ਦੇਖਾਂਗੇ। ਹੋਰ ਤਰ੍ਹਾਂ ਦੇ ਪੋਟੈਂਸ਼ੀਅਲ ਕੀ ਹਨ? ਤੁਸੀਂ ਸਾਰਿਆਂ ਨੇ ਡਿਰੈਕ ਡੈਲਟਾ ਫੰਕਸ਼ਨ ਬਾਰੇ ਆਪਣੇ ਹਿਸਾਬ ਦੇ ਕੋਰਸ ਵਿੱਚ ਪੜ੍ਹਿਆ ਹੈ। ਉਹ ਪ੍ਰੋਪਰਟੀ ਕੀ ਹੈ? ਮੰਨ ਲਓ ਮੇਰੇ ਕੋਲ v0 ਦੀ ਤਰ੍ਹਾਂ ਹੈ।
x ਦਾ ਡੈਲਟਾ। ਇਹ ਡੈਲਟਾ ਹੈ, ਡਾਇਰੈਕਟ ਡੈਲਟਾ ਫੰਕਸ਼ਨ ਹੈ। ਅਸੀਂ ਕੀ ਚਾਹੁੰਦੇ ਹਾਂ? ਅਸੀਂ ਚਾਹੁੰਦੇ ਹਾਂ ਸਾਈ ਮਾਈਨਸ x ਦਾ ਸਾਈ x ਪਲਸ ਦੇ ਬਰਾਬਰ ਹੋਵੇ। ਵੇਵ ਫੰਕਸ਼ਨ ਦੀ ਲਗਾਤਾਰਤਾ, ਇਸ ਵਿੱਚ ਕੋਈ ਸਮੱਸਿਆ ਨਹੀਂ ਹੈ। ਇੱਥੋਂ ਤੱਕ ਕਿ ਡੱਬੇ ਵਿੱਚ ਪਏ ਪਾਰਟੀਕਲ ਲਈ ਤੁਹਾਡਾ ਵੇਵ ਫੰਕਸ਼ਨ x ਬਰਾਬਰ 0 ਤੇ ਖਤਮ ਹੋ ਜਾਵੇਗਾ ਅਤੇ x ਬਰਾਬਰ L ਉੱਤੇ, ਅਤੇ ਇੱਥੇ ਕੋਈ ਲਗਾਤਾਰਤਾ ਹੋਵੇਗੀ। ਇੱਕ ਵਾਰ ਜਦੋਂ ਇੱਥੇ ਇਨਫਾਈਨਾਈਟ ਪੋਟੈਂਸ਼ੀਅਲ ਹੋਵੇਗਾ, ਵੇਵ ਫੰਕਸ਼ਨ 0 ਹੋ ਜਾਵੇਗਾ। ਡੱਬੇ ਦੇ ਬਾਹਰੀ ਖੇਤਰ ਉੱਤੇ ਵੇਵ ਫੰਕਸ਼ਨ ਕੰਟੀਨਿਊਅਸ ਹੋਵੇਗਾ। ਫੰਕਸ਼ਨ ਦੀ ਡੈਰੀਵੇਟਿਵ ਇਨਫਾਈਨਾਈਟ ਪੋਟੈਂਸ਼ੀਅਲ ਲਈ ਚੈੱਕ ਨਹੀਂ ਹੋ ਸਕਦੀ। ਫੰਕਸ਼ਨ ਦਾ ਡੈਰੀਵੇਟਿਵ ਜਨਰਲ ਤੌਰ ਤੇ ਸਿਰਫ ਫਾਈਨਾਈਟ ਪੋਟੈਂਸ਼ੀਅਲ ਲਈ ਹੁੰਦਾ ਹੈ। ਇਹ ਕੰਟੀਨਿਊਅਸ ਹੋਵੇਗਾ ਜਦੋਂ ਤੁਸੀਂ ਇੱਕ ਖੇਤਰ ਤੋਂ ਦੂਜੇ ਤੇ ਜਾਂਦੇ ਹੋ। ਇਹ ਸਟੇਟਮੈਂਟ ਹੈ ਜੋ ਅਸੀਂ ਬਣਾਈ ਹੈ, ਜਿਵੇਂ ਕਿ ਉਸਨੇ ਪਹਿਲਾਂ ਹੀ ਦਰਸਾਇਆ ਹੈ। ਜੇ ਤੁਸੀਂ ਜਾਂਦੇ ਹੋ ਅਤੇ ਸ਼੍ਰੋਡਿੰਗਰ ਇਕੁਏਸ਼ਨ ਤੇ ਜਾਂਦੇ ਹੋ, ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਅਸਲ ਵਿੱਚ ਸਾਬਿਤ ਕਰ ਸਕਦੇ ਹੋ। ਇਹ ਹੀ ਹੈ ਜੋ ਮੈਂ ਤੁਹਾਨੂੰ ਹੁਣ ਦਿਖਾਉਣ ਜਾ ਰਿਹਾ ਹਾਂ, ਸਿਰਫ ਤੁਹਾਨੂੰ ਇੱਕ ਉਸ ਤੋਂ ਦੇਖਣ ਦੇ ਸਫ਼ਰ ਤੇ ਲਿਜਾਣ ਵਾਸਤੇ। ਤਾਂ x ਦਾ ਵੀ ਲੈ ਲਓ। x ਤੋਂ ਛੋਟਾ 0 ਦੇ ਬਰਾਬਰ v ਮਾਈਨਸ ਤੱਕ, ਅਤੇ x ਦਾ ਵੀ ਜ਼ਿਆਦਾ ਲਈ v ਪਲਸ x ਬਰਾਬਰ 0, x 0 ਤੋਂ ਜ਼ਿਆਦਾ ਹੈ। ਜੇ ਤੁਸੀਂ ਸ਼੍ਰੋਡਿੰਗਰ ਇਕੁਏਸ਼ਨ ਲਵੋਗੇ ਅਤੇ ਡਬਲ ਡੈਰੀਵੇਟਿਵ ਨੂੰ ਸਿੰਗਲ ਡੈਰੀਵੇਟਿਵ ਵਿਚਲੇ ਫਰਕ ਨੂੰ ਇਪਸੀਲੋਨ ਨਾਲ ਡਿਵਾਈਡ ਕਰਕੇ ਲਿਖੋਗੇ ਅਤੇ dx ਉੱਤੇ ਇੰਟੀਗਰੇਟ ਕਰੋਗੇ d ਸਕੁਏਅਰ f by dx ਸਕੁਏਅਰ। ਜੇ ਤੁਸੀਂ ਲਿਖਣਾ ਚਾਹੁੰਦੇ ਹੋ, ਤੁਸੀਂ ਇਸ ਨੂੰ ਕਿਵੇਂ ਲਿਖੋਗੇ? df by dx x ਪਲਸ ਉੱਤੇ ਇਵੈਲੂਏਟ ਕੀਤਾ ਗਿਆ ਐਪਸਾਈਲੋਨ ਮਾਈਨਸ df by dx x ਮਾਈਨਸ ਐਪਸਾਈਲੋਨ। ਉਸ ਤੋਂ ਬਾਅਦ 2 ਐਪਸਾਈਲੋਨ ਨਾਲ ਭਾਗ ਕੀਤਾ ਗਿਆ। ਤੁਸੀਂ ਇਸ ਨੂੰ dx ਨਾਲ ਇੰਟੀਗਰੇਟ ਕਰਨਾ ਚਾਹੁੰਦੇ ਹੋ? ਤੁਸੀਂ ਇਸ ਨੂੰ dx ਨਾਲ ਇੰਟੀਗਰੇਟ ਕਰ ਸਕਦੇ ਹੋ? ਤੁਸੀਂ ਇਸ ਨੂੰ ਹਟਾ ਸਕਦੇ ਹੋ? ਇਹ ਤੁਹਾਨੂੰ ਦੇਵੇਗਾ ਚਲੋ ਇਹ ਕਰਦੇ ਹਾਂ। ਵੇਵ ਫੰਕਸ਼ਨ ਦਾ ਡਬਲ ਡੈਰੀਵੇਟਿਵ ਲਓ ਅਤੇ ਇਸ ਵਿੱਚ ਦੋ ਸਿੰਗਲ ਡੈਰੀਵੇਟਿਵਸ ਦਾ ਫਰਕ ਹੈ ਜੋ ਕਿ ਇੰਟੀਗਰੇਟਿਡ ਹੈ dx ਤੇ ਦੁਬਾਰਾ ਲਿਖੋ ਤਾਂ ਜੋ 2 ਉੱਤੇ 1 ਇਪਸੀਲੋਨ ਰੱਦ ਹੋ ਜਾਵੇ ਅਤੇ ਤੁਹਾਡੇ x ਦੀ ਵੀ ਮਾਈਨਸ ਹੀ ਹੋਰ ਟਰਮ ਬਣ ਜਾਵੇਗੀ। ਇਹ ਕੇਵਲ ਸ਼੍ਰੋਡਿੰਗਰ ਇਕੁਏਸ਼ਨ ਹੈ ਜਿਸ ਨੂੰ ਇੱਥੇ ਦੁਬਾਰਾ ਲਿਖਿਆ ਗਿਆ ਹੈ। ਟਾਈਮ ਇੰਡੀਪੈਂਡੈਂਟ ਸ਼੍ਰੋਡਿੰਗਰ। ਹੁਣ ਤੁਸੀਂ x ਦੇ v ਨੂੰ ਪਾ ਕੇ ਉਸ ਦੇ ਆਲੇ ਦੁਆਲੇ ਖੇਡ ਸਕਦੇ ਹੋ। ਮਾਈਨਸ ਇਪਸੀਲੋਨ ਤੋਂ 0 ਪਲਸ ਇੱਕ ਹੋਰ x ਦਾ v 0 ਤੋਂ ਇਪਸੀਲੋਨ ਦਰਮਿਆਨ ਅਤੇ v ਮਾਈਨਸ ਅਤੇ v ਪਲਸ ਨੂੰ ਸਬਸਟੀਟਿਊਟ ਕਰਕੇ ਅਤੇ ਲਿਮਿਟ ਇਪਸੀਲੋਨ ਨੂੰ 0 ਲਿਮਿਟ ਤੇ ਕਰਕੇ ਤੁਸੀਂ ਦੋ ਖੇਤਰਾਂ ਦੇ ਵਿਚਕਾਰ ਦੀ ਬਾਉਂਡਰੀ ਨੂੰ ਬਹੁਤ ਨੇੜਿਓਂ ਦੇਖ ਰਹੇ ਹੋ। ਜੇ ਤੁਸੀਂ ਇਹ ਕਰੋਗੇ, ਇੱਥੇ ਇੱਕ ਇਪਸੀਲੋਨ ਫੈਕਟਰ ਗੁਣਾ ਹੁੰਦਾ ਹੈ। ਤੁਸੀਂ ਇਸ ਫੈਕਟਰ ਨੂੰ ਵਰਤ ਸਕਦੇ ਹੋ ਕਿ x ਦੀ ਸਾਈ ਕੰਟੀਨਿਊਅਸ ਹੈ। ਤੁਸੀਂ ਇਸ ਨੂੰ ਬਾਹਰ ਕੱਢ ਸਕਦੇ ਹੋ। x ਦਾ ਸਾਈ 0 ਦੇ ਸਾਈ ਵਜ਼ੋਨ ਇੰਟੀਗਰਲ ਤੋਂ ਬਾਹਰ ਹੈ। x ਦਾ ਸਾਈ ਕੰਟੀਨਿਊਅਸ ਹੈ। ਤੁਸੀਂ x ਦੇ ਸਾਈ ਨੂੰ 0 ਦੇ p ਸਾਈ ਵਾਂਗ ਬਾਹਰ ਕੱਢ ਸਕਦੇ ਹੋ ਇੰਟੀਗਰਲ ਤੋਂ ਬਾਹਰ, ਅਤੇ ਇਹ x ਦਾ v ਪਲਸ ਬਣ ਜਾਵੇਗਾ ਪਲਸ v ਮਾਈਨਸ, ਅਤੇ ਤੁਹਾਡੇ ਕੋਲ ਇੱਕ ਇਪਸੀਲੋਨ ਹੋਵੇਗਾ ਕਿਉਂਕਿ ਇਹ ਇੰਟੀਗਰਲ dx ਉੱਤੇ ਹੈ। ਇਵੇਂ ਹੀ e ਦਾ ਸਾਈ ਦਾ 0 ਵਾਰ ਹੋਰ ਇਪਸੀਲੋਨ ਆਉਂਦਾ ਹੈ 2 ਇਪਸੀਲੋਨ। ਜਦੋਂ ਤੁਸੀਂ ਲਿਮਿਟ ਇਪਸੀਲੋਨ ਨੂੰ 0 ਤੱਕ ਲੈ ਜਾਂਦੇ ਹੋ, ਤਾਂ ਦੂਜੀ ਟਰਮ ਨੂੰ ਕੁਝ ਹੁੰਦਾ ਹੈ। ਦੂਜੀ ਟਰਮ ਵੀ ਪਲਸ ਅਤੇ ਵੀ ਮਾਈਨਸ ਜਿੰਨੀ ਲੰਮੀ ਫਾਈਨਾਈਟ ਹੋਵੇਗੀ। ਇਪਸੀਲੋਨ ਇੱਕ ਫਾਈਨਾਈਟ ਗੁਣਤਾ ਵਿੱਚ ਜਿੱਥੇ ਇਪਸੀਲੋਨ 0 ਵੱਲ ਜਾਂਦਾ ਹੈ 0 ਹੈ। ਇਸੇ ਲਈ ਦੂਜੀ ਟਰਮ 0 ਬਣਦੀ ਹੈ।
ਦੂਜੀ ਟਰਮ ਸਿਫਰ ਬਣਦੀ ਹੈ। ਇਹ ਹੀ ਹੈ ਜੋ ਉਸਨੇ ਪਹਿਲਾਂ ਹੀ ਦੱਸਿਆ ਸੀ। ਤੁਹਾਡੇ ਕੋਲ ਤੁਹਾਡਾ ਪਲਸ ਇਪਸੀਲੋਨ ਉੱਤੇ ਵੇਵ ਫੰਕਸ਼ਨ ਦਾ ਪਹਿਲਾ ਡੈਰੀਵੇਟਿਵ ਹੈ ਅਤੇ ਪਹਿਲਾ ਡੈਰੀਵੇਟਿਵ ਵੇਵ ਫੰਕਸ਼ਨ ਅਤੇ ਮਾਈਨਸ ਇਪਸੀਲੋਨ ਬਾਉਂਡਰੀ ਦੇ ਨਾਲ ਕੰਟੀਨਿਊਅਸ ਹੋਵੇਗਾ। ਸ਼੍ਰੋਡਿੰਗਰ ਇਕੁਏਸ਼ਨ ਤੋਂ ਬਹੁਤ ਸਾਫ਼ ਹੈ। ਕੀ ਤੁਸੀਂ ਇਹ ਇੰਟਰਮੀਡੀਏਟ ਸਟੈਪ ਕਰੋਗੇ? ਕਿਰਪਾ ਕਰਕੇ ਇਹ ਇੰਟਰਮੀਡੀਏਟ ਸਟੈਪ x ਦੀ v ਵਿੱਚ ਭਰ ਕੇ ਇਹਨਾਂ ਸਹੀ ਖੇਤਰਾਂ ਤੇ ਕਰੋ। x ਦੀ ਸਾਈ ਨੂੰ ਸਿਫਰ ਦਾ ਸਾਈ ਵਜੋਂ ਲੈ ਕੇ, ਕਿਉਂਕਿ ਸਾਈ ਕੰਟੀਨਿਊਅਸ ਹੈ, ਅਤੇ ਦੇਖੋ ਕਿ ਤੁਹਾਨੂੰ ਪਹਿਲੇ ਡੈਰੀਵੇਟਿਵ ਵਿੱਚ ਲਗਾਤਾਰਤਾ ਮਿਲੇਗੀ। ਕਿਰਪਾ ਕਰਕੇ ਦੇਖੋ। ਇਨਫਾਈਨਾਈਟ ਪੋਟੈਂਸ਼ੀਅਲ ਲਈ ਮੰਨ ਲਓ ਕੁਝ ਖੇਤਰਾਂ ਵਿੱਚ ਤੁਸੀਂ ਇਨਫਾਈਨਾਈਟ ਬਣਾ ਦਿੱਤਾ। ਭਾਵੇਂ ਵੀ ਮਾਈਨਸ ਸਿਫਰ ਹੋਵੇ, ਤੁਸੀਂ ਵੀ ਮਾਫ਼ ਕਰਨਾ ਵੀ ਪਲਸ ਨੂੰ ਸਿਫਰ ਬਣਾ ਦਿੱਤਾ, ਅਤੇ ਤੁਸੀਂ ਵੀ ਮਾਈਨਸ ਨੂੰ ਇਨਫਿਨਿਟੀ ਬਣਾ ਦਿੱਤਾ, ਭਾਵੇਂ ਇੱਥੇ ਕੋਈ ਸਮੱਸਿਆ ਹੋਵੇ, ਕਿਉਂਕਿ ਇੱਥੇ ਇੱਕ ਇਨਫਿਨਿਟੀ ਸਿਫਰ ਨਾਲ ਗੁਣਾ ਹੋ ਰਿਹਾ ਹੈ। ਤੁਹਾਨੂੰ ਬਹੁਤ ਸਾਵਧਾਨ ਰਹਿਣਾ ਚਾਹੀਦਾ ਹੈ ਜਦੋਂ ਤੁਹਾਡੇ ਕੋਲ ਸਿਫਰ ਗੁਣਾ ਇਨਫਿਨਿਟੀਜ਼ ਹੋਣ। ਜਦੋਂ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੋਣਗੀਆਂ ਕਿ ਕੁਝ ਖੇਤਰਾਂ ਵਿੱਚ ਪੋਟੈਂਸ਼ੀਅਲ ਦੇ ਨਾਲ ਜਿੱਥੇ ਪੋਟੈਂਸ਼ੀਅਲ ਇਨਫਾਈਨਾਈਟ ਬਣਦਾ ਹੋਵੇ, ਤੁਸੀਂ ਪਹਿਲਾਂ ਹੀ ਅੰਦਾਜ਼ਾ ਨਹੀਂ ਲਾ ਸਕਦੇ, ਵੇਵ ਫੰਕਸ਼ਨ ਦਾ ਪਹਿਲਾ ਡੈਰੀਵੇਟਿਵ ਕੰਟੀਨਿਊਅਸ ਹੋਵੇਗਾ। ਇਸੇ ਕਾਰਨ ਇਸ ਤਰ੍ਹਾਂ ਦੇ ਪੋਟੈਂਸ਼ੀਅਲਜ਼ ਲਈ ਵੇਵ ਫੰਕਸ਼ਨ ਦਾ ਡੈਰੀਵੇਟਿਵ ਕੰਟੀਨਿਊਅਸ ਨਹੀਂ ਹੈ। ਕੀ ਇਹ ਸਹੀ ਹੈ ਜੋ ਅਸੀਂ ਕਿਹਾ ਹੈ? ਅਸੀਂ ਕਿਹਾ ਹੈ d psi by dx ਪਹਿਲੇ ਖੇਤਰ ਵਿੱਚ ਜਦੋਂ x ਸਿਫਰ ਦੇ ਬਰਾਬਰ ਹੋਵੇ, d psi ਹੁੰਦਾ ਹੈ। ਦੂਜੇ ਖੇਤਰ ਵਿੱਚ ਜਦੋਂ x ਸਿਫਰ ਦੇ ਬਰਾਬਰ ਹੋਵੇ, ਜੇ x ਸਿਫਰ ਦੇ ਬਰਾਬਰ ਹੋਵੇ, ਇੰਟਰਫੇਸ ਹੋਵੇਗਾ ਜੇ v ਪਲਸ ਜਾਂ v1 v1 ਅਤੇ v ਦੂਜਾ ਫਾਈਨਾਈਟ ਹੋਣ। ਜੇ v1 ਇਨਫਿਨਿਟੀ ਹੈ, v2 ਫਾਈਨਾਈਟ ਹੈ, ਤਾਂ ਸਾਡੇ ਕੋਲ ਇਹ ਨਹੀਂ ਹੈ। ਤਾਂ ਜੋ ਫੌਰੀ ਸਮੱਸਿਆ ਜਿਸ ਨੂੰ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਹੋਵੇਗੀ v ਬਰਾਬਰ v0 x ਦਾ ਡੈਲਟਾ। ਇਹ ਅਸੀਂ ਕਿਵੇਂ ਕਰਾਂਗੇ? ਸਾਡੇ ਕੋਲ ਇਹ h ਕ੍ਰਾਸ ਸਕੁਏਅਰ ਹੈ 2m ਉੱਤੇ d psi by dx ਮਾਈਨਸ ਇਪਸੀਲੋਨ ਉੱਤੇ। ਤਾਂ ਇਸ ਨੂੰ ਦੇਖਦੇ ਹਾਂ। x ਬਰਾਬਰ ਸਿਫਰ ਮਾਈਨਸ d psi by dx ਪਲਸ ਇਪਸੀਲੋਨ ਉੱਤੇ, ਅਤੇ ਇਹ ਦੂਸਰਾ ਰਾਹ ਹੈ ਪਲਸ ਇਪਸੀਲੋਨ ਅਤੇ ਇਹ ਮਾਈਨਸ ਇਪਸੀਲੋਨ ਹੋ ਜਾਵੇਗਾ। ਪਲਸ x ਦਾ ਇੰਟੀਗਰਲ v ਮਾਈਨਸ e x dx ਦਾ psi ਮਾਈਨਸ ਇਪਸੀਲੋਨ ਤੋਂ ਪਲਸ ਇਪਸੀਲੋਨ। ਅਤੇ ਹੁਣ ਅਸੀਂ v ਲਈ ਸਬਸਟੀਟਿਊਟ v0 ਕਰਨ ਜਾ ਰਹੇ ਹਾਂ। v0 ਇੱਕ ਕਾਂਸਟੈਂਟ ਹੈ ਅਤੇ x ਦਾ ਡੈਲਟਾ ਹੈ। ਚਲੋ ਇਸ ਨੂੰ ਸਬਸਟੀਟਿਊਟ ਕਰਦੇ ਹਾਂ। x ਦਾ v x ਦਾ psi dx ਇਹ ਹੋਵੇਗਾ ਇਹ ਕੀ ਹੈ? v0 psi ਸਿਫਰ ਮਾਈਨਸ ਇਪਸੀਲੋਨ ਤੋਂ ਪਲਸ ਇਪਸੀਲੋਨ x ਦਾ e psi dx ਕੀ ਸਿਫਰ ਦਾ e psi dx ਹੈ। ਅਤੇ ਲਿਮਿਟ ਦੇ ਵਿੱਚ ਤੁਹਾਨੂੰ ਲਿਮਿਟ ਇਪਸੀਲੋਨ ਸਿਫਰ ਤੱਕ ਲਿਜਾਣਾ ਪਵੇਗਾ। ਇਹ ਬਣ ਜਾ ਰਿਹਾ ਹੈ। ਇਹ ਟਰਮ ਸਿਫਰ ਹੈ।
x ਸਾਈ ਦੀ ਵੀ x ਦੀ ਵੀ ਨॉट ਟਾਈਮ ਹੋਵੇਗੀ। ਸਿਫਰ ਦਾ ਸਿਫਰ, ਜੋ ਕਿ ਫਾਈਨਾਈਟ ਹੈ। ਡੈਲਟਾ ਫੰਕਸ਼ਨ ਪੋਟੈਂਸ਼ੀਅਲ ਦੇ ਸੰਦਰਭ ਵਿੱਚ ਅਸੀਂ ਪਰਤਿਆ ਸਕਦੇ ਹਾਂ ਅਤੇ ਦੱਸ ਸਕਦੇ ਹਾਂ -h ਕ੍ਰਾਸ 2m ਉੱਤੇ ਸਕੁਏਅਰ d ਸਾਈ ਬਾਈ dx x ਬਰਾਬਰ -y ਦੇ ਉੱਤੇ -d ਸਾਈ ਬਾਈ dx x ਬਰਾਬਰ +y ਜਾਂ ਇਸ ਦੇ ਆਸ-ਪਾਸ ਕੋਈ ਹੋਰ ਰਾਹ। ਤੁਸੀਂ ਇਸ ਮਾਈਨਸ ਚਿੰਨ੍ਹ ਨੂੰ ਹਟਾ ਸਕਦੇ ਹੋ ਅਤੇ ਇੱਕ ਪਲਸ ਚਿੰਨ੍ਹ ਇੱਥੇ ਬਣਾ ਸਕਦੇ ਹੋ। a ਪਲਸ v ਨॉट ਸਾਈ ਨॉट ਬਰਾਬਰ ਸਿਫਰ ਹੋਵੇਗਾ। ਅਸੀਂ ਕੀ ਹਾਸਿਲ ਕੀਤਾ? ਡੱਬੇ ਵਿੱਚ ਪਾਰਟੀਕਲ ਦੇ ਸੰਦਰਭ ਵਿੱਚ ਅਸੀਂ ਡਿਸਕੰਟੀਨਿਊਟੀ ਦੀ ਮਾਤਰਾ ਨਹੀਂ ਲੱਭ ਸਕੇ। ਤੁਸੀਂ ਇਸ ਬਾਰੇ ਫਿਕਰ ਵੀ ਨਹੀਂ ਕੀਤੀ ਸੀ। ਇੱਥੇ ਭਾਵੇਂ ਇਹ ਇਨਫਾਈਨਾਈਟ ਹੈ। ਡਾਇਰੈਕਟ ਡੈਲਟਾ ਫੰਕਸ਼ਨ ਪੋਟੈਂਸ਼ੀਅਲ ਮੈਂ ਦੱਸ ਸਕਦਾ ਹਾਂ। ਫਰਕ ਇਹ ਹੈ ਜੋ ਡਿਸਕੰਟੀਨਿਊਟੀ ਦਾ ਹੈ। ਇਸ ਦੇ ਨਾਲ ਐਲੀਮੈਂਟ x ਮਾਈਨਸ ਖੇਤਰ ਤੋਂ x ਪਲਸ ਖੇਤਰ ਤੇ ਚਲਾ ਗਿਆ ਹੈ। ਜੇ ਤੁਸੀਂ ਵੇਵ ਫੰਕਸ਼ਨ ਨੂੰ ਸਿਫਰ ਤੇ ਜਾਣਦੇ ਹੋ ਅਤੇ ਵੀ ਨॉट ਫੈਕਟਰ ਗੁਣਾ ਹੈ ਡੈਲਟਾ ਫੰਕਸ਼ਨ ਪੋਟੈਂਸ਼ੀਅਲ ਦੇ ਨਾਲ, ਮੈਨੂੰ ਉਹ ਮਾਤਰਾ ਪਤਾ ਹੈ ਜਿਸ ਦੇ ਨਾਲ ਇੱਥੇ ਵੇਵ ਫੰਕਸ਼ਨ ਦੇ ਡੈਰੀਵੇਟਿਵ ਵਿੱਚ ਡਿਸਕੰਟੀਨਿਊਟੀ ਹੋਵੇਗੀ। ਮੰਨ ਲਓ ਮੈਂ ਵੀ ਦਿੱਤਾ ਕਿ ਇਸ ਦਾ ਵੀ ਨॉट ਬਣਾਇਆ ਜਾਵੇ x ਪਲਸ a ਦਾ ਡੈਲਟਾ ਪਲਸ x ਮਾਈਨਸ a ਦਾ ਡੈਲਟਾ। ਇਹ ਡਬਲ ਡੈਲਟਾ ਫੰਕਸ਼ਨ ਹਨ। ਇਹ ਕਈ ਸਾਰੇ ਪੋਟੈਂਸ਼ੀਅਲ ਹਨ ਜਿੱਥੇ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਸੋਲਿਊਸ਼ਨ ਕੀ ਹੈ ਅਤੇ ਤੁਹਾਨੂੰ ਬਾਉਂਸ ਸਟੇਟਸ ਕਿੱਥੇ ਮਿਲਣਗੀਆਂ। ਤੁਹਾਨੂੰ ਪਤਾ ਹੈ ਕਿ ਬਾਉਂਸ ਸਟੇਟ ਦੀ ਕੰਡੀਸ਼ਨ ਕੀ ਹੁੰਦੀ ਹੈ। ਤੁਸੀਂ ਇਸ ਨੂੰ ਬਾਉਂਸ ਸਟੇਟ ਕਿਉਂ ਕਹਿੰਦੇ ਹੋ? ਪਾਰਟੀਕਲ ਹਾਰਮੋਨਿਕ ਓਸੀਲੇਟਰ ਬਾਉਂਸ ਸਟੇਟ ਦੇ ਨਾਲ ਕੀ ਲੋੜ ਹੈ? ਕੀ ਤੁਹਾਨੂੰ ਪਤਾ ਹੈ? ਸਕੈਟਰਿੰਗ ਸਟੇਟ ਤੁਹਾਨੂੰ ਕਦੋਂ ਹਾਸਲ ਕਰ ਸਕਦੇ ਹੈ? ਸਾਰੇ ਫਰੀ ਪਾਰਟੀਕਲਸ ਜਦੋਂ ਸਕੈਟਰਿੰਗ ਹੋਣ। ਇੱਥੇ ਦੋ ਖੇਤਰ ਹਨ। ਜੇ ਕਿਸੇ ਪਾਰਟੀਕਲ ਦੀ ਊਰਜਾ V ਤੋਂ ਵੱਧ ਹੋਵੇ, ਤੁਹਾਡੇ ਕੋਲ ਇਹ ਸਕੈਟਰਿੰਗ ਸਟੇਟਸ ਹੋ ਸਕਦਾ ਹੈ। ਤੁਹਾਡੇ ਕੋਲ ਸਟੇਟਸ ਹੋਣ ਜੋ ਟ੍ਰਾਂਸਮਿਟ ਹੋ ਚੁੱਕੀਆਂ। ਅਤੇ ਇੱਥੇ ਇੱਕ ਦੂਜਾ ਖੇਤਰ ਹੈ ਜਿਸ ਦੀ ਊਰਜਾ ਪਾਰਟੀਕਲ V ਤੋਂ ਘੱਟ ਹੈ। ਇਹ ਦੋ ਖੇਤਰ ਹਨ ਜੋ ਤੁਹਾਡੇ ਕੋਲ ਹਨ। ਇਹ ਹੀ ਹੈ ਜਿਸ ਨੂੰ ਤੁਸੀਂ ਬਾਉਂਸ ਹੋਣ ਲਈ ਕੰਡੀਸ਼ਨ ਕਹਿ ਸਕਦੇ ਹੋ। ਹੁਣ ਅਸੀਂ ਕੀ ਕਰਨਾ ਚਾਹੁੰਦੇ ਹਾਂ? ਚਲੋ ਫਾਰਮਲੀ ਅਗਲੇ ਲੈਕਚਰ ਵਿੱਚ ਅਸੀਂ ਬਾਉਂਸ ਸਟੇਟਸ ਲਈ ਫਾਰਮਲੀ ਹਾਲਤਾਂ ਬਣਾਉਂਦੇ ਹਾਂ। ਇਹ ਬਾਉਂਸ ਸਟੇਟਸ ਅਸੀਂ ਕਿਵੇਂ ਦੇਖਦੇ ਹਾਂ? ਅਤੇ ਫਿਰ ਅਸੀਂ ਕੋਸ਼ਿਸ਼ ਕਰਾਂਗੇ ਅਤੇ ਕੁਝ ਇਹਨਾਂ ਡੈਲਟਾ ਫੰਕਸ਼ਨ ਨੂੰ ਕਰਾਂਗੇ। ਪੋਟੈਂਸ਼ੀਅਲ ਡਬਲ ਡੈਲਟਾ ਫੰਕਸ਼ਨ। ਇਹ ਕਦੋਂ ਬਾਉਂਸ ਸਟੇਟ ਹੋਵੇਗਾ? ਇਹ ਕਦੋਂ ਸਕੈਟਰਿੰਗ ਸਟੇਟ ਹੋਵੇਗਾ? ਇਹ ਵੀ ਨॉट ਦੇ ਚਿੰਨ੍ਹ ਤੇ ਡਿਪੈਂਡ ਹੈ। ਇਹ ਕੁਝ ਚੀਜ਼ਾਂ ਹਨ ਜੋ ਅਸੀਂ ਦੇਖਣਾ ਸ਼ੁਰੂ ਕਰਾਂਗੇ। ਵੇਵ ਫੰਕਸ਼ਨ ਬਣਨ ਦੀ ਸ਼ੁੱਧਤਾ। ਇਹ ਸਿਰਫ ਇੱਕ ਹਫ਼ਤਾ ਹੈ। ਸਾਡੇ ਕੋਲ ਇਹ ਸਭ ਕਰਕੇ ਇੱਕ ਵਾਰਮ ਅਪ ਹੈ। ਅਤੇ ਇਹ ਸਾਰੀਆਂ ਚੀਜ਼ਾਂ ਲੀਨੀਅਰ ਵੈਕਟਰ ਸਪੇਸ ਨੋਟੇਸ਼ਨ ਤੋਂ ਰਿਪਰੋਡਿਊਸ ਕਰ ਸਕਦੇ ਹਨ। ਤੁਹਾਨੂੰ ਇਹ ਚੀਜ਼ਾਂ ਜਾਣਨੀਆਂ ਪੈਣਗੀਆਂ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਭੁੱਲ ਗਿਆ। ਤੁਹਾਨੂੰ ਵੇਵ ਫੰਕਸ਼ਨ ਦੀ ਬਣਤਰ ਨੂੰ ਸਮਝਣਾ ਪਵੇਗਾ। ਤੁਹਾਨੂੰ ਇਹ ਵੀ ਜਾਣਨਾ ਪਵੇਗਾ ਇਹ ਸਭ ਵੈਕਟਰ ਸਪੇਸ ਦਾ ਡਿਰੈਕ ਨੋਟੇਸ਼ਨ ਅਤੇ ਡਿਰੈਕ ਬ੍ਰੈਕਟ ਨੋਟੇਸ਼ਨ ਕਿਵੇਂ ਰਿਪਰੋਡਿਊਸ ਹੋਵੇਗਾ।